ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਇਸ ਸਮੇਂ ਦੀ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੇਸ ਨੰਬਰ 3 ਦੇ ਵਿੱਚ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ। ਜਿਹਾਂ ਸਜ਼ਾ ਦਾ ਐਲਾਨ ਕੀਤਾ ਜਾਣਾ ਸੀ, ਅੱਜ ਦਾ ਦਿਨ ਹੀ ਮੁਕਰਰ ਕੀਤਾ ਗਿਆ ਸੀ। 3 ਵਜੇ ਤੋਂ ਬਾਅਦ ਕਿਹਾ ਗਿਆ ਕਿ ਕਿਸੇ ਵੀ ਵੇਲੇ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ। ਤੇ ਹੁਣ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ पंचकुला दी सीबीआई कोर्ट के वल्लों सुना दी गई है। रणजीत सिंह कतल केस दे विच रणजीत सिंह कतल कांड दे विच उम्र कैद की सजा सुनाई गई है। 31 लाख रुपए का जुर्माना भी लगाया गया है। यह भी तुहानूं दस दईए कि राम रहीम सने 5 लोगों को दोषी करार दिता गया सी अदालत के वल्लों, ते बाकी जिहड़े 4 दोषी ने उन्होंने भी उम्र कैद की सजा सुनाई गई है। राम रहीम सने 5 दोषियों को उम्र कैद की सजा सुनाई गई है। 19 साल बाद जे इस पूरे मामले दे विच ਜਿਹੜਾ फैसला आया है, परिवार कह रहा है कि सानू 19 साल बाद इंसाफ मिले। जगसीर सिंह रणजीत सिंह के बेटे ने उन्होंने दे वल्लों इस पूरे मामले दे विच पैरवी की गई। तो इस पूरे फैसले के आने तो बाद उन्होंने ये जरूर कहा कि सानू उम्मीद सी और सानू भरोसा सी कानून के उत्ते, जुडिशरी के उत्ते, उस तरीके नाल ये पूरा कुछ होंदा होया नजर आया है। 31 लाख रुपए का जुर्माना ते उम्र कैद की सजा, 19 साल लग गए इस पूरे मामले दे विच इंसाफ होंदे होंदे, जो परिवार कह रहा है। 2002 ਦੇ ਵਿੱਚ ਇਸ ਪੂਰੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੇ ਵਿੱਚ ਰਣਜੀਤ ਸਿੰਘ ਦਾ ਕਤਲ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅਦਾਲਤਾਂ ਤੱਕ ਪਹੁੰਚਦਾ ਹੈ ਮਾਮਲਾ। ਪਰ ਇਹ ਵੀ ਕਿਹਾ ਗਿਆ ਕਿ ਜਿੰਨਾ ਰਸੂਖ ਰੱਖਦਾ ਸੀ ਗੁਰਮੀਤ ਰਾਮ ਰਹੀਮ, ਇਸ ਕਰਕੇ ਉਹ ਪੂਰਾ ਮਾਮਲਾ ਲਟਕਦਾ ਵੀ ਰਿਹਾ। 19 ਸਾਲ ਇਸ ਪੂਰੇ ਮਾਮਲੇ ਨੂੰ ਜ਼ਰੂਰ ਲੱਗ ਗਏ, ਪਰ ਅਦਾਲਤ ਨੇ ਹੁਣ ਸੀਬੀਆਈ, ਪੰਚਕੂਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਤੇ ਤੀਜਾ ਮਾਮਲਾ ਹੈ ਜਿਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੋਵੇ ਗੁਰਮੀਤ ਰਾਮ ਰਹੀਮ ਤੇ ਸਜ਼ਾ ਦਾ ਐਲਾਨ ਕੀਤਾ ਗਿਆ ਹੋਵੇ। 25 ਅਗਸਤ 2017, ਕਰੀਬ 4 ਸਾਲ ਪਹਿਲਾਂ, ਜਦੋਂ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਗਿਆ ਸੀ, ਤਾਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਗਿਆ ਸੀ। ਇਹ 2017 ਦੇ ਵਿੱਚ ਹੋਇਆ ਸਭ ਕੁਝ, ਜਦੋਂ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ 2 ਵੱਖ-ਵੱਖ ਮਾਮਲੇ ਸੀ। 10-10 ਸਾਲ ਦੀ ਉਮਰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਵੀ ਕਿਹਾ ਗਿਆ ਕਿ 10-10 ਸਾਲ ਵੱਖਰੇ ਤੌਰ ਦੇ ਉੱਤੇ ਕੱਟਣੇ ਹੋਣਗੇ, ਇਕੱਠੇ ਨਹੀਂ ਚੱਲਣਗੇ। ਮਤਲਬ 20 ਸਾਲ ਦੀ ਇੱਕ ਤਰੀਕੇ ਨਾਲ ਸਜ਼ਾ ਹੋ ਗਈ ਸੀ। ਉਸ ਸਮੇਂ ਵੀ ਜੁਰਮਾਨੇ ਲੱਗੇ ਸਨ। ਤੇ ਉਸ ਤੋਂ ਬਾਅਦ ਇੱਕ ਪੱਤਰਕਾਰ ਛਤਰਪਤੀ ਕਤਲ ਕੇਸ ਮਾਮਲੇ ਦੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਗੁਰਮੀਤ ਰਾਮ ਰਹੀਮ। ਉਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਤੇ ਹੁਣ ਤੀਜਾ ਕੇਸ ਰਣਜੀਤ ਸਿੰਘ ਕਤਲ ਮਾਮਲਾ, ਤੇ ਇਸ ਮਾਮਲੇ 'ਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਗੁਰਮੀਤ ਰਾਮ ਰਹੀਮ। ਤੇ ਤੁਹਾਨੂੰ ਦੱਸ ਦਈਏ ਕਿ 31 ਲੱਖ ਰੁਪਏ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। उम्र कैद हुई है, सभी को फैसला है, सारे उम्र कैद हुई है, सभी को उम्र कैद है। और बाबा राम रहीम को 30 लाख रुपए जुर्माना, 31 लाख रुपए। सर एक बार फिर दस दो किन्नों की सजा हुई है सर? सारे पांचों बुजुर्ग को उम्र कैद और बाकियों को 50-50 हजार जुर्माना। बाबा राम रहीम को 31 लाख रुपए जुर्माना। 31 लाख रुपए जुर्माना। सर हमारे परिवार के लिए बहुत बड़ा दिन है आज की लंबे टाइम के बाद बहुत इंसाफ मिला। सर तो कितने सालों के बाद? कितने साल के थे उस टाइम? 19 साल के। आप 8 साल के थे? हाँ जी, मैं 8 साल का परिवार के लिए। हाँ जी, परिवार के लिए बहुत बड़ा दिन है आज। हमारे जो दादाजी ने इतने समय से संघर्ष कर रहा था, लड़ाई लड़ रहे थे, उनको इंसाफ मिला। बस अगर वो होते और अच्छी बात थी। उम्र कैदी मांग रहे थे? हम तो सर डेथ पेनल्टी मांग रहे थे। उसका क्या, चलो ठीक है, हम संतुष्ट हैं। जो जुडिशरी का जो भी हुआ था, अच्छा ठीक है, हम संतुष्ट हैं हर एक चीज़ से। कोर्ट में 5 को लाइफ सेंटेंस दी है और पहले वाली लाइफ सेंटेंस के साथ कंकरेंट चलेगी। अभी आगे हाईकोर्ट में जाएंगे? बिल्कुल अपील में जाएंगे और अपील में जीतेंगे भी। ਤਾਂ ਤੁਸੀਂ ਜਗਸੀਰ ਨੂੰ ਵੀ ਸੁਣ ਰਹੇ ਸੀ। ਜਗਸੀਰ ਰਣਜੀਤ ਸਿੰਘ ਦਾ ਬੇਟਾ ਹੈ ਤੇ ਰਣਜੀਤ ਸਿੰਘ ਦੇ ਜਿਹੜੇ ਪਿਤਾ ਨੇ ਉਹਨਾਂ ਨੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਪੈਰਵੀ ਕੀਤੀ।
ਤੇ ਅਦਾਲਤਾਂ ਦੇ ਚੱਕਰ ਲਗਾਏ ਤਾਂ ਜਗਸੀਰ ਉਸ ਚੀਜ਼ ਦਾ ਹੀ ਜ਼ਿਕਰ ਕਰ ਰਹੇ ਸੀ ਕਿ ਜੇਕਰ ਅੱਜ ਉਹਨਾਂ ਦੇ ਦਾਦਾ ਜੀ ਵੀ ਹੁੰਦੇ ਇਸ ਘੜੀ ਦੇ ਉੱਤੇ ਤਾਂ ਉਹ ਵੀ ਖੁਸ਼ ਹੁੰਦੇ, ਤਾਂ ਉਹਨਾਂ ਨੂੰ ਵੀ ਥੋੜੀ ਸੰਤੁਸ਼ਟੀ ਹੁੰਦੀ। ਖੈਰ ਉਹਨਾਂ ਦਾ ਦੇਹਾਂਤ ਹੋ ਚੁੱਕਿਆ, ਜਿਵੇਂ ਜਗਸੀਰ ਦੱਸ ਰਹੇ ਸਨ। ਜਗਸੀਰ ਰਣਜੀਤ ਸਿੰਘ ਦੇ ਬੇਟੇ ਨੇ ਜਿਨ੍ਹਾਂ ਦੇ ਕਤਲ ਮਾਮਲੇ ਦੇ ਵਿੱਚ ਹੁਣ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਾਂ ਵਕੀਲਾਂ ਨੇ ਜਿਸ ਤਰੀਕੇ ਨਾਲ ਆ ਕੇ ਦੱਸਿਆ, ਅਦਾਲਤ ਦੇ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦੇ ਉੱਤੇ ਵੀ ਸਾਡੀ ਨਜ਼ਰ ਹੋਏਗੀ ਕਿ ਕੁਝ ਅਦਾਲਤ ਦੇ ਵੱਲੋਂ ਕਿਹਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ। ਪਰ ਗੁਰਮੀਤ ਰਾਮ ਰਹੀਮ ਤੁਹਾਨੂੰ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦਾ ਮੁਖੀ ਇਸ ਸਮੇਂ ਰੋਹਤਕ ਦੀ ਸੁਣਾਈਆ ਜੇਲ੍ਹ ਦੇ ਵਿੱਚ ਬੰਦ ਹੈ, ਕਿਉਂਕਿ ਦੋ ਪਹਿਲਾਂ ਹੀ ਮਾਮਲਿਆਂ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਕੇ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਸੀ। ਪਹਿਲਾ ਮਾਮਲਾ ਜਿਹੜਾ ਸਾਧਵੀ ਸਰੀਰਕ ਸ਼ੋਸ਼ਣ ਮਾਮਲਾ, ਉਸ ਦੇ ਵਿੱਚ 10-10 ਸਾਲ ਦੀ ਕੈਦ, 20 ਸਾਲ ਟੋਟਲ ਹੋ ਗਈ। ਤਾਂ 2017 ਤੋਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਤੋਂ ਬਾਅਦ ਪੱਤਰਕਾਰ ਛਤਰਪਤੀ ਕਤਲ ਕੇਸ ਦੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਗੁਰਮੀਤ ਰਾਮ ਰਹੀਮ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਇਹ ਤੀਜਾ ਗੁਨਾਹ ਜਿਸ ਦਾ ਹਿਸਾਬ ਅਦਾਲਤ ਨੇ ਕਰ ਦਿੱਤਾ ਹੈ, ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਕਰ ਦਿੱਤਾ ਹੈ ਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਣਜੀਤ ਮਰਡਰ ਕੇਸ ਦੇ ਵਿੱਚ। ਖਾਸ ਇਹ ਵੀ ਹੈ ਕਿ ਇਸ ਪੂਰੇ ਕੇਸ ਦੀ ਜਿਹੜਾ ਹੁਣ ਤੋਂ ਬਾਅਦ ਤਕਰੀਬਨ ਇਸ ਫੈਸਲੇ ਤੋਂ ਕੁਝ ਮਹੀਨੇ ਪਹਿਲਾਂ ਹੀ ਜਿਹੜੇ ਰਾਮ ਰਹੀਮ ਦੇ ਵਕੀਲ ਨੇ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਸੀਬੀਆਈ ਪੰਚਕੂਲਾ ਦੀ ਕੋਰਟ ਤੋਂ ਕਿਤੇ ਹੋਰ ਸ਼ਿਫਟ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ। ਤਾਂ ਪੰਚਕੂਲਾ ਦੀ ਸੀਬੀਆਈ ਕੋਰਟ ਦੇ ਕੋਲੇ ਸਾਰੇ ਮਾਮਲੇ ਸੀ ਤੇ ਇਸ ਪੂਰੇ ਮਾਮਲੇ ਦੇ ਵਿੱਚ ਰਣਜੀਤ ਕਤਲ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਸਜ਼ਾ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ, 31 ਲੱਖ ਰੁਪਏ ਜੁਰਮਾਨਾ। ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ, ਇਹ ਵੀ ਬਹੁਤ ਖਾਸ ਤਸਵੀਰਾਂ ਨੇ, ਇਹ ਪੁਰਾਣੀਆਂ ਤਸਵੀਰਾਂ ਨੇ, ਫਾਈਲ ਇਸ ਕਰਕੇ ਲਿਖਿਆ ਗਿਆ। ਇਹ ਤਸਵੀਰਾਂ ਨੇ 25 ਅਗਸਤ 2017 ਦੀਆਂ, ਜਦੋਂ ਗੁਰਮੀਤ ਰਾਮ ਰਹੀਮ ਆਪਣੇ ਪੂਰੇ ਕਾਫਲੇ ਦੇ ਨਾਲ ਪੰਚਕੂਲਾ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਪਹੁੰਚਿਆ ਸੀ। ਤਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਨੇ, ਜਦੋਂ ਐਲਾਨ ਕਰ ਦਿੱਤਾ ਗਿਆ, ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਤਾਂ ਬਸ ਪੰਚਕੂਲਾ ਦੀ ਅਦਾਲਤ ਤੋਂ ਹੀ ਉਸ ਨੂੰ ਫਿਰ ਸਿੱਧਾ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। ਉੱਥੇ ਉਹ ਆਪਣੀ ਸਜ਼ਾ ਕੱਟ ਰਿਹਾ ਹੈ। ਤਾਂ 19 ਸਾਲ ਬਾਅਦ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਇਨਸਾਫ ਮਿਲਿਆ ਹੈ। कैद हुई है सभी को। सारे उम्र कैद हुई है सभी को उम्र कैद। और बाबा राम रहीम को 30 लाख रुपए जुर्माना, 31 लाख रुपए। 31 ਲੱਖ ਰੁਪਏ। ਸਰ ਇੱਕ ਵਾਰ ਫਿਰ ਦੱਸ ਦਿਓ ਕਿਹਨੂੰ ਕਿਹਨੂੰ ਕਿਹੜੀ ਕਿਹੜੀ ਸਜ਼ਾ ਹੋਈ ਹੈ ਸਰ? सारे पांचों बुजुर्गों को उम्र कैद और बाकियों को 50-50 हजार जुर्माना। बाबा राम रहीम को 31 लाख रुपए जुर्माना। 31 लाख रुपए जुर्माना। सर हमारे परिवार के लिए बहुत बड़ा दिन है आज की लंबे टाइम के बाद बहुत इंसाफ मिला। कितने सालों के बाद? कितने साल के थे उस टाइम आप? 19 साल के। आप 8 साल के थे हाँ जी, मैं 8 साल का 7 साल। परिवार के लिए हाँ जी, परिवार के लिए बहुत बड़ा दिन है आज। हमारे जो दादाजी ने इतने समय से संघर्ष कर रहा था, लड़ाई लड़ रहे थे, उनको इंसाफ मिला है। बस अगर वो होते और अच्छी बात थी। उम्र कैद ही मांग रहे थे? हम तो सर डेथ पेनल्टी मांग रहे थे। उसका क्या, चलो ठीक है, हम संतुष्ट हैं। जो जुडिशरी का जो भी हुआ था, अच्छा ठीक है, हम संतुष्ट हैं हर एक चीज़ से। कोर्ट में पांचों को लाइफ सेंटेंस दी है और पहले वाली लाइफ सेंटेंस के साथ कंकरेंट चलेगी। अभी आगे हाईकोर्ट में जाएंगे? बिल्कुल अपील में जाएंगे और अपील में जीतेंगे भी। ਤਾਂ 8 ਅਕਤੂਬਰ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ। 12 ਅਕਤੂਬਰ ਦਾ ਦਿਨ ਮੁਕਰਰ ਕੀਤਾ ਗਿਆ, ਪਰ 12 ਅਕਤੂਬਰ ਨੂੰ ਵੀ ਜਿਹੜੀ ਆਖਰੀ ਬਹਿਸ ਹੈ ਉਹ ਕੰਪਲੀਟ ਨਹੀਂ ਹੋ ਸਕੀ ਤੇ ਇਸ ਕਰਕੇ ਫਿਰ 18 ਅਕਤੂਬਰ ਦਾ ਦਿਨ ਚੁਣਿਆ ਗਿਆ। ਤੇ ਤੁਹਾਨੂੰ ਦੱਸ ਦਈਏ ਕਿ ਰਣਜੀਤ ਮਰਡਰ ਕੇਸ ਦੇ ਵਿੱਚ ਤਾਂ ਉਮਰ ਕੈਦ ਸੁਣਾ ਦਿੱਤੀ ਗਈ ਹੈ ਗੁਰਮੀਤ ਰਾਮ ਰਹੀਮ ਨੂੰ। ਅਸੀਂ ਤੁਹਾਨੂੰ ਪੂਰਾ ਮਾਮਲਾ ਵੀ ਦੱਸਣ ਦੀ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗ੍ਰਾਫਿਕਸ ਦੇ ਜ਼ਰੀਏ। ਦਰਅਸਲ ਕੁਰੂਕਸ਼ੇਤਰ ਦੇ ਖਾਨਪੁਰ ਕੋਲਿਆਂ ਪਿੰਡ ਦਾ ਰਹਿਣ ਵਾਲਾ ਸੀ ਰਣਜੀਤ ਸਿੰਘ। ਸਿਰਸਾ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਟੀਮ ਦਾ ਵੀ ਮੈਂਬਰ ਸੀ, ਯਾਨੀ ਕਿ ਡੇਰੇ ਦੇ ਵਿੱਚ ਹੀ ਮੌਜੂਦ ਹੁੰਦਾ ਸੀ। 10 ਜੁਲਾਈ 2002 ਨੂੰ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ। ਡੇਰੇ ਨੂੰ ਰਣਜੀਤ ਸਿੰਘ ਤੇ ਗੁਮਨਾਮ ਚਿੱਠੀ ਲਿਖਵਾਉਣ ਦਾ ਸ਼ੱਕ ਸੀ, ਜੋ ਸਾਧਵੀ ਸਰੀਰਕ ਸ਼ੋਸ਼ਣ ਵਾਲੇ ਮਾਮਲੇ ਦੇ ਨਾਲ ਹੀ ਇਸ ਦੇ ਤਾਰ ਜੁੜੇ ਹੋਏ ਨਜ਼ਰ ਆਉਂਦੇ ਨੇ। ਪੱਤਰਕਾਰ ਵਾਲੇ ਮਾਮਲੇ 'ਚ ਵੀ ਸਾਧਵੀ ਸਰੀਰਕ ਸ਼ੋਸ਼ਣ ਵਾਲਾ ਮਾਮਲਾ ਹੈ, ਉਸ ਦੀ ਤਾਰ ਜੁੜਦੇ ਨਜ਼ਰ ਆਏ ਸੀ। ਰਣਜੀਤ ਸਿੰਘ ਦੀ ਭੈਣ ਵੀ ਡੇਰੇ ਦੇ ਵਿੱਚ ਸਾਧਵੀ ਸੀ। ਰਣਜੀਤ ਸਿੰਘ ਮਰਡਰ ਕੇਸ ਦਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਪੂਰਾ ਇਹ ਬਿਊਰਾ ਕਿ ਆਖਿਰ ਪੂਰਾ ਮਾਮਲਾ ਕੀ ਸੀ। 2002 ਦੇ ਵਿੱਚ ਪੂਰੀ ਘਟਨਾ ਵਾਪਰਦੀ ਹੈ।
16 ਜੂਨ 2002 ਨੂੰ ਰਣਜੀਤ ਸਿੰਘ ਨੂੰ ਡੇਰਾ ਸੱਚਾ ਸੌਦਾ ਸੱਦਿਆ ਗਿਆ। ਜੋ ਇਲਜ਼ਾਮ ਨੇ ਕਿ ਰਣਜੀਤ ਸਿੰਘ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ ਗਈ। ਅਵਤਾਰ ਸਿੰਘ ਤੇ ਇੰਦਰ ਸੇਨ ਨੇ ਗੁਮਨਾਮ ਚਿੱਠੀਆਂ ਦੇ ਲਈ ਬਾਬਾ ਤੋਂ ਮਾਫੀ ਮੰਗਣ ਨੂੰ ਕਿਹਾ। ਰਣਜੀਤ ਸਿੰਘ ਨੇ ਮਾਫੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਫੀ ਨਾ ਮੰਗਣ ਦਾ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਤੇ ਅਵਤਾਰ, ਇੰਦਰ ਸੈਨ ਨੇ ਕ੍ਰਿਸ਼ਨ ਲਾਲ, ਜਸਬੀਰ ਤੇ ਸਬਦਿਲ ਇਹਨਾਂ ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਘੜੀ। ਜੋ ਇਲਜ਼ਾਮ ਨੇ ਜੋ ਹੁਣ ਦੋਸ਼ੀ ਕਰਾਰ ਦਿੱਤੇ ਗਏ ਨੇ। ਸੀਬੀਆਈ ਨੇ 2007 ਦੇ ਵਿੱਚ ਬਾਬਾ ਦੇ ਉਸ ਵੇਲੇ ਦੇ ਡਰਾਈਵਰ ਖੱਟਾ ਸਿੰਘ ਦੇ ਬਿਆਨ ਵੀ ਦਰਜ ਕੀਤੇ ਸਨ। ਖੱਟਾ ਸਿੰਘ ਨੇ ਆਪਣੇ ਬਿਆਨ ਦੇ ਵਿੱਚ ਡੇਰਾ ਮੁਖੀ ਤੇ ਕਤਲ ਦੇ ਹੁਕਮ ਦੇਣ ਦੇ ਇਲਜ਼ਾਮ ਲਗਾਏ ਸੀ। ਫਰਵਰੀ 2012 ਦੇ ਵਿੱਚ ਸੁਣਵਾਈ ਦੇ ਦੌਰਾਨ ਖੱਟਾ ਸਿੰਘ ਆਪਣੇ ਬਿਆਨ ਤੋਂ ਮੁੱਕਰ ਗਿਆ। ਕੁਝ ਮਹੀਨੇ ਬਾਅਦ ਖੱਟਾ ਸਿੰਘ ਇੱਕ ਵਾਰ ਫਿਰ ਆਪਣੇ ਪਹਿਲੇ ਵਾਲੇ ਬਿਆਨ ਤੇ ਵਾਪਸ ਆ ਗਿਆ। ਤਾਂ ਜਿਹੜਾ ਇਹ ਪੂਰੇ ਮਾਮਲੇ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸ ਰਹੇ ਸੀ, ਵਕੀਲਾਂ ਦੇ ਵੀ ਬਚਾਅ ਪੱਖ ਦੇ ਜਿਹੜੇ ਰਾਮ ਰਹੀਮ ਦੇ ਵਕੀਲ ਨੇ ਉਹ ਵੀ ਇਸ ਨੂੰ ਆਧਾਰ ਬਣਾ ਰਹੇ ਸੀ। ਅਸੀਂ ਉੱਤੇ ਦੀ ਅਦਾਲਤ 'ਚ ਵੀ ਜਾਣ ਦੀ ਕੋਸ਼ਿਸ਼ ਕਰਾਂਗੇ, ਇਸ ਪੂਰੇ ਫੈਸਲੇ ਦੇ ਖਿਲਾਫ ਅਦਾਲਤ ਦੇ ਵਿੱਚ ਅਪੀਲ ਕਰਾਂਗੇ। ਖੱਟਾ ਸਿੰਘ ਦੇ ਬਿਆਨ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਸੀ ਕਿ ਖੱਟਾ ਸਿੰਘ ਸਮੇਂ-ਸਮੇਂ ਤੇ ਆਪਣੇ ਬਿਆਨ ਬਦਲਦਾ ਰਿਹਾ ਹੈ, ਇਸ ਕਰਕੇ ਉਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਕੀ ਹੈ, ਹੋਰ ਸੌਖੇ ਸ਼ਬਦਾਂ 'ਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਇੱਕ ਚਿੱਠੀ ਦਾ ਜ਼ਿਕਰ ਹੁੰਦਾ ਹਮੇਸ਼ਾ ਤੋਂ ਕਿ ਇੱਕ ਚਿੱਠੀ ਲਿਖੀ ਗਈ, ਉਸ ਨੂੰ ਗੁਮਨਾਮ ਚਿੱਠੀ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਗੁਮਨਾਮ ਚਿੱਠੀ ਲਿਖ ਕੇ ਜਿਹੜੇ ਸੰਬੰਧਿਤ ਵਿਭਾਗ ਨੇ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਹੋਈ ਕਿ ਉੱਥੇ ਸਾਧਵੀਆਂ ਦਾ ਇਸ ਤਰੀਕੇ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਤੇ ਉਸ ਗੁਮਨਾਮ ਚਿੱਠੀ ਨੂੰ ਲੈ ਕੇ ਹੀ ਜ਼ਿਕਰ ਸੀ ਕਿ ਰਣਜੀਤ ਨੇ ਉਸ ਚਿੱਠੀ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਉਸ ਨੂੰ ਅੰਜਾਮ ਦਿੱਤਾ। ਤਾਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਨਾਲ ਹੀ ਪੂਰਾ ਕੇਸ ਜੁੜਦਾ ਨਜ਼ਰ ਆਇਆ। ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਪੂਰਾ ਕਤਲ ਦਾ ਮਾਮਲਾ ਸਾਹਮਣੇ ਆਇਆ, ਕਰੀਬ 19 ਸਾਲ ਬਾਅਦ ਹੁਣ ਇਨਸਾਫ ਮਿਲਿਆ। ਹੋਰ ਡਿਟੇਲ ਦੇ ਨਾਲ ਪੂਰਾ ਇਸ ਮਾਮਲੇ ਨੂੰ ਸਮਝਾਂਗੇ, ਪਰ ਪਹਿਲਾਂ ਸੁਣਦੇ ਹਾਂ ਕਿ ਪੱਤਰਕਾਰ ਛਤਰਪਤੀ ਜਿਨ੍ਹਾਂ ਦਾ ਕਤਲ ਹੋ ਗਿਆ ਸੀ ਉਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਗੁਰਮੀਤ ਰਾਮ ਰਹੀਮ ਨੂੰ।